आपकी होम मीटिंग को, जिस सीनियर ने आपकी होम मीटिंग की, मीटिंग खत्म होने के बाद सबके सामने खड़े होकर हाथ जोड़कर उसका तहे दिल से धन्यवाद करें। क्यों ये बहुत बड़ा प्लस पॉइंट मैं क्यों लिखਿਆ? ਕਈ ਵਾਰ ਕੀ ਕਰਦੇ ਆਪਾਂ ਕਿ ਆਪਾਂ ਆਪਣੀ ਡਾਊਨਲਾਈਨ ਨਾਲ ਬਹੁਤ ਫਰੈਂਕ ਹੁੰਦੇ ਹਾਂ। ਜਿਸ ਘਰ ਆਪਾਂ ਮੀਟਿੰਗ ਕੀਤੀ ਹੁੰਦੀ ਹੈ, ਜੋ ਗੈਸਟ ਉੱਥੇ ਜਾਨੀ ਜੋ ਪਰਸਨ ਉਹਨੇ ਇਨਵਾਈਟ ਕੀਤੇ ਹੁੰਦੇ ਆ, ਜਦੋਂ ਸਾਡੀ ਡਾਊਨਲਾਈਨ ਜਾਨੀ ਉਹ ਪਰਸਨ ਜਿਹਦੇ ਘਰੇ ਹੋਮ ਮੀਟਿੰਗ ਆ, ਜਦੋਂ ਉਹਨੂੰ ਇਹ ਕਹਿ ਕੇ ਬੁਲਾਉਂਦਾ ਕਿ ਉਰੇ ਆ ਯਾਰ ਮੇਰੀ ਗੱਲ ਸੁਣ, ਆਪਾਂ ਇਸ ਪਰਸਨ ਨੂੰ ਬੁਲਾਉਂਦਾ ਜਾਂ ਇੰਟਰੋਡਿਊਸ ਕਰਾਉਂਦਾ ਤੇ ਸਾਰੀ ਵੈਲਿਊ ਨੂੰ ਆਪਾਂ ਜ਼ੀਰੋ ਕਰ ਦਿੰਦੇ ਹਾਂ। ਸੋ ਆਪਾਂ ਇੱਕ ਰਿਕਾਰਡ ਪੇਸ਼ ਕਰਨਾ ਕਿ ਇਹ ਸੀਨੀਅਰ ਆ, ਇਹ ਅਪਲਾਈਨ ਆ, ਇਹ ਮੇਰਾ ਗੁਰੂ ਹੈ, ਮੇਰਾ ਮੈਂਟਰ ਆ, ਇਹ ਪਰਸਨ ਮੇਰੀ ਜ਼ਿੰਦਗੀ ਨੂੰ ਚੇਂਜ ਕਰਨ ਲਈ ਮੇਰੇ ਨਾਲ ਐਫਰਟ ਕਰਾ ਰਿਹਾ। ਜਦੋਂ ਤੁਸੀਂ ਉਹਨੂੰ ਇੱਕ ਰਿਕਾਰਡ ਦਿੰਦੇ ਆ ਖੜੀ ਹੋ ਕੇ, ਜਦੋਂ ਵੀ ਜਿਸ ਵੀ ਪਰਸਨ ਨੂੰ ਤੁਸੀਂ ਆਪਣੇ ਘਰੇ ਇਨਵਾਈਟ ਕੀਤਾ, ਜਿਸ ਲੀਡਰ ਨੂੰ ਜੋ ਤੁਹਾਡੀ ਹੋਮ ਮੀਟਿੰਗ ਕਰਨਾ ਆ, ਸੋ ਉਹਨੂੰ ਜ਼ਰੂਰ ਸਤਿਕਾਰ ਦੇਣਾ ਵਾ। ਕਿਉਂ ਦੇਣਾ ਵਾ? ਕਿਉਂਕਿ ਅਗਰ ਤੁਸੀਂ ਦੋਗੇ ਤੇ ਜਿਹੜੇ 10% ਬੈਠੇ ਆ, ਜਿਹੜੇ ਉਹਨਾਂ ਚ ਅਗਰ 4 ਤੋਂ 6 ਜੁਆਇਨ ਕਰਨਗੇ ਤੇ ਤੁਹਾਡੀ ਵੈਲਿਊ ਨੂੰ ਸਮਝਣਗੇ, ਦੈਨ ਸੇਮ ਕੰਮ ਡੁਪਲੀਕੇਬਲ ਹੋਏਗਾ। ਕੱਲ ਨੂੰ ਜਦੋਂ ਉਹ ਤੁਹਾਨੂੰ ਆਪਣੇ ਘਰੇ ਬੁਲਾਣਗੇ, ਉਹ ਹੋਮ ਮੀਟਿੰਗ ਕਰਨਗੇ ਤੇ ਸੇਮ ਉਹ ਵੀ ਤੁਹਾਡਾ ਧੰਨਵਾਦ ਕਰਨਗੇ। ਸੋ ਇਹ ਪ੍ਰਥਾ ਆਪਾਂ ਆਪਣੇ ਸਿਸਟਮ 'ਚ ਜ਼ਰੂਰ ਲਾਗੂ ਕਰਨੀ ਹੈ। ਅਗਰ ਐਟਲੀਸਟ ਆਪਾਂ ਇਹ ਚੀਜ਼ ਨਹੀਂ ਕਰਦੇ ਜਾਂ ਆਪਾਂ ਕਰ ਨਹੀਂ ਪਾਉਂਦੇ ਤੇ ਕੀ ਹੁੰਦਾ ਵਾ ਕਿ ਇੱਕ ਫੀਲਿੰਗ ਅਲੱਗ ਹੋ ਜਾਂਦੀ, ਇੱਕ ਜਾਨੀ ਕਹਿ ਸਕਦੇ ਕਿ ਇੱਕ ਸੀਨੀਅਰ ਜੂਨੀਅਰ ਵਾਲਾ ਰੋਲ ਜਿਹੜਾ ਖਤਮ ਹੋ ਜਾਂਦਾ, ਇੱਕ ਗੁਰੂ ਤੇ ਜਿਹਨੂੰ ਕਹਿ ਸਕਦੇ ਆ ਕਿ ਸ਼ਿਸ਼ ਵਾਲਾ ਰੋਲ ਖਤਮ ਹੋ ਜਾਂਦਾ ਵਾ। ਫਿਰ ਹੌਲੀ ਹੌਲੀ ਆਪਾਂ ਉਹ ਗੱਲ ਤੂੰ ਮੈਂ ਦੇ ਆ ਜਾਂਦੇ ਹਾਂ। ਸੋ ਆਪਾਂ ਫਰੈਂਡ ਨਾਲ ਅਲੱਗ ਮੈਟਰ ਹੈਗਾ, ਤੁਸੀਂ ਆਪਣੇ ਕਿਸੇ ਦੋਸਤ ਨੂੰ ਜੁਆਇਨ ਕਰਾਇਆ ਵਾ, ਅਗਰ ਤੁਸੀਂ ਮੀਟਿੰਗ 'ਚ ਨਹੀਂ ਹੈ, ਕਿਤੇ ਬਾਹਰ ਆ, ਤੁਸੀਂ ਜੋ ਮਰਜ਼ੀ ਆਪਣੇ ਨਾਲ ਇੱਕ ਦੂਜੇ ਨਾਲ ਜਿੱਦਾਂ ਮਰਜ਼ੀ ਬਿਹੇਵੀਅਰ ਯੂਜ਼ ਕਰੋ, ਬਟ ਜਦੋਂ ਤੁਸੀਂ ਸਿਸਟਮ 'ਚ ਆ, ਜਦੋਂ ਤੁਸੀਂ ਮੀਟਿੰਗ 'ਚ ਆ, ਜਾਂ ਜਿਸ ਟਾਈਮ ਤੁਸੀਂ ਬਿਜ਼ਨਸ 'ਚ ਆ, ਉਸ ਟਾਈਮ ਇੱਕ ਦੂਜੇ ਨੂੰ ਜ਼ਰੂਰ ਸਤਿਕਾਰ ਦੇਣਾ ਵਾ, ਆਦਰ ਦੇਣਾ ਵਾ, ਸੋ ਰਿਸਪੈਕਟ ਦੇਣੀ ਹੈ। ਬਹੁਤ सॉलिड लाइन है, इन्हें फॉलो जरूर करना। देन उस तो बाद अगली लाइन, मीटिंग खत्म होने के बाद आपने सीनियर को अपने न्यू पर्सन के साथ और न्यू पर्सन को अपने सीनियर के साथ जरूर इंट्रोड्यूस कराना है, और एक वैल्यू बना के। कि नहीं कहना कि कई बार की होता, मैं बड़ी बार देखना कि डाउनलाइन की करती है, जिस पर्सन के घर मीटिंग ਜਿਹੜਾ ਪਰਸਨ ਮੀਟਿੰਗ ਕਰਨਾ ਹੈ ਉਹਨੂੰ ਇੰਟਰੋਡਿਊਸ ਕਰਾਉਂਦੇ ਸਾਰੇ, ਸਾਡੇ ਮੁਹੱਲੇ ਦਾ ਬੜਾ ਟੌਪ ਦਾ ਬੰਦਾ ਜੀ, ਇਹ ਉਹ ਫਲਾਨ ਟੀ, ਜੋ ਵੀ ਆਪਾਂ ਉਹਦੇ ਬਾਰੇ ਬੋਲਦੇ ਆ ਕਿ ਸਾਰੇ ਰਾਹ ਕੰਮ ਆ। ਸੋ ਆਪਾਂ ਕੀ ਕਰਦੇ ਆ ਕਿ ਜਿਹੜਾ ਪਰਸਨ ਗੈਸਟ ਘਰੇ ਆਇਆ ਵਾ ਉਹਨੂੰ ਵੱਡਾ ਕਰ ਦਿੰਦੇ ਆ, ਪਰ ਜੋ ਮੀਟਿੰਗ ਕਰਨ ਆਇਆ ਆਪਾਂ ਉਹਨੂੰ ਛੋਟਾ ਕਰ ਦਿੰਦੇ। ਅਗਰ ਆਪਾਂ ਉਸ ਪਰਸਨ ਨੂੰ ਛੋਟਾ ਕਰ ਦਾਂਗੇ ਤਾਂ ਕਿਸ ਤਰੀਕੇ ਨਾਲ ਉਸ ਪਰਸਨ ਦੀ ਕਲੋਜ਼ਿੰਗ ਕਰੇਗਾ, ਕਿਉਂਕਿ ਉਹਦਾ ਦਬਾਅ ਵੀ ਨਹੀਂ ਬਣੇਗਾ ਔਰ ਪ੍ਰੈਸ਼ਰ ਹੀ ਨਹੀਂ ਬਿਲਡ ਹੋਏਗਾ ਉਸ ਪਰਸਨ ਤੇ। ਸੋ ਤੁਸੀਂ ਉਹਨੂੰ ਨਹੀਂ ਛੋਟਾ ਕਰਨਾ, ਆਪਣੇ ਸੀਨੀਅਰ ਨੂੰ ਛੋਟਾ ਨਹੀਂ ਕਰਨਾ, ਤੁਸੀਂ ਉਸ ਪਰਸਨ ਨੂੰ ਵੱਡਾ ਕਰਨਾ, ਉਸ ਸੀਨੀਅਰ ਨੂੰ, ਕਿ ਸਰ ਇਹ ਉਹ ਪਰਸਨ ਆ ਜਿਹਨੇ ਮੇਰੀ ਜ਼ਿੰਦਗੀ ਨੂੰ ਬਦਲਣ ਲਈ ਮੇਰੇ ਨਾਲ ਇੱਕ ਡਿਸੀਜਨ ਲਿਆ ਵਾ, ਔਰ ਮੈਂ ਬਹੁਤ ਧੰਨਵਾਦੀ ਹਾਂ ਇਸ ਇਨਸਾਨ ਦਾ, ਕਿਉਂਕਿ ਅੱਜ ਤੱਕ ਜਾਨੀ ਕਹਿ ਸਕਦੇ ਕਿ ਲੱਤ ਖਿੱਚਣ ਵਾਲੇ ਬਹੁਤ ਹੀ, ਪਰ ਕਾਮਯਾਬ ਕਰਨ ਵਾਲੇ ਬਹੁਤ ਘੱਟ ਹੀ। ਸੋ ਉਹਨਾਂ 'ਚ ਇੱਕ ਪਰਸਨ ਆ ਜਿਹੜਾ ਹਮੇਸ਼ਾ ਮੈਨੂੰ ਗਾਈਡ ਕਰਦੇ ਆ ਕਿ ਮੈਂ ਆਪਣੀ ਜ਼ਿੰਦਗੀ 'ਚ ਕਿਸ ਤਰੀਕੇ ਨਾਲ ਕਾਮਯਾਬ ਹੋਊਂਗਾ। ਸੋ ਸਰ ਇਹਨਾਂ ਨਾਲ ਜੁੜ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ, ਔਰ ਮੈਂ ਵੀ ਉਹਨਾਂ ਪਰਸਨ ਨੂੰ ਇਹਨਾਂ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਿਹਾ ਜੋ ਆਪਣੀ ਜ਼ਿੰਦਗੀ 'ਚ ਬਹੁਤ ਵੱਡਾ ਕਰਨਾ ਚਾਹੁੰਦੇ ਆ। ਸਰ ਮਿਲੋ ਇਹਨਾਂ ਨੂੰ, ਇਹਨਾਂ ਦਾ ਸੋ ਐਂਡ ਸੋ ਨੇਮ ਆ। ਅੱਜ ਤਕਰੀਬਨ ਇਹਨਾਂ ਨੂੰ ਸਾਲ ਜਾਂ 1.5 ਸਾਲ ਦਾ 2 ਸਾਲ ਹੋ ਗਿਆ ਵੈਸਟੀ ਨੂੰ ਕਰਦੇ ਨੂੰ, ਔਰ ਬਹੁਤ ਵਧੀਆ ਇਹਨਾਂ ਦਾ ਰੈਂਕ ਔਰ ਬੜੀ ਵਧੀਆ ਇਨਕਮ ਇਸ ਸਿਸਟਮ ਤੋਂ ਲੈ ਰਹੇ। ਸੋ ਉਹਨਾਂ ਦੀ ਇੱਕ ਵੈਲਿਊ ਕ੍ਰੀਏਟ ਕਰਨੀ ਹੈ। ਅਗਰ ਤੁਸੀਂ ਵੈਲਿਊ ਕ੍ਰੀਏਟ ਕਰੋਗੇ ਫਿਰ ਹੀ ਉਹ ਤੁਹਾਡੇ ਉਸ ਪਰਸਨ ਦੀ, ਉਹਨਾਂ ਦੀ ਪਰਸਨ ਦੀ ਕਲੋਜ਼ਿੰਗ ਕਰ ਪਾਉਣਗੇ ਜੋ ਤੁਸੀਂ ਪਰਸਨ ਨੇ ਇਨਵਾਈਟ ਕੀਤੇ ਆ। ਸੋ ਬੜੀ ਹੀ ਵਧੀਆ ਤਰੀਕੇ ਨਾਲ ਉਹਨਾਂ ਨੂੰ ਪ੍ਰੈਜ਼ੈਂਟ ਕਰਨਾ, ਕਿਉਂਕਿ ਅਗਰ ਤੁਸੀਂ ਉਹਨਾਂ ਨੂੰ ਇੱਕ ਵਧੀਆ ਰੋਲ ਮਾਡਲ ਦੀ ਤਰ੍ਹਾਂ ਪ੍ਰੈਜ਼ੈਂਟ ਕਰਦੇ ਆ, ਫਿਰ ਹੀ ਤੁਸੀਂ ਗਾਂ ਇਸ ਚੀਜ਼ ਦੀ ਆਸ ਰੱਖ ਸਕਦੇ ਆ ਕਿ ਕੱਲ ਨੂੰ ਜਿੰਨਾ ਪਰਸਨ ਨੂੰ ਤੁਸੀਂ ਜੁਆਇਨ ਕਰਾ ਰਹੇ ਆ ਉਹ ਪਰਸਨ ਵੀ ਤੁਹਾਨੂੰ ਸੇਮ ਤਰੀਕੇ ਨਾਲ ਪ੍ਰੈਜ਼ੈਂਟ ਕਰ। ਸੋ ਇਸ ਚੀਜ਼ ਦੇ ਪੁਆਇੰਟ ਨੂੰ ਜ਼ਰੂਰ ਨੋਟ ਰੱਖਣਾ ਵਾ, ਪਰ ਆਪਾਂ ਇਹ ਚੀਜ਼ ਨੂੰ ਭੁੱਲ ਜਾਂਦੇ ਆ, ਕਿਉਂਕਿ ਮੋਸਟਲੀ ਆਪਾਂ ਜ਼ਿਆਦਾਤਰ ਉਹਨਾਂ ਲੋਕਾਂ ਨੂੰ ਇਸ ਸਿਸਟਮ 'ਤੇ ਲੈ ਕੇ ਆਉਂਦੇ ਆ ਜੋ ਸਾਡੇ ਬੜੇ ਫਰੈਂਡ ਹੁੰਦੇ, ਕਲੋਜ਼ ਹੁੰਦੇ ਆ, ਜਾਂ ਨੇਬਰ ਹੁੰਦੇ, ਜਿਨ੍ਹਾਂ ਨਾਲ ਆਪਾਂ ਹਰ ਰੋਜ਼ ਦੇ ਉੱਠਦੇ ਬੈਠਦੇ। ਸੋ ਮੈਂ ਰਿਕੁਐਸਟ ਕਰੂੰਗਾ ਕਿ ਜਦੋਂ ਤੁਸੀਂ ਬਿਜ਼ਨਸ 'ਚ ਆ ਗਏ ਆ ਤਾਂ ਤੁਸੀਂ ਇੱਕ ਵਧੀਆ ਰੋਲ ਪਲੇ ਕਰਨਾ ਵਾ, ਕਿਉਂਕਿ ਤੁਸੀਂ ਆਪਣੇ ਨੈਟਵਰਕ ਦੇ ਵਿੱਚ ਜਿੰਨਾ ਪਰਸਨ ਨੂੰ ਜੁਆਇਨ ਕਰਾਇਆ ਤੁਸੀਂ ਉਹਨਾਂ ਲਈ ਇੱਕ ਰੋਲ ਮਾਡਲ ਆ। ਅਗਰ ਤੁਹਾਡੀਆਂ ਐਕਟੀਵਿਟੀਆਂ, ਤੁਹਾਡੀਆਂ ਹਰਕਤਾਂ ਸਹੀ ਨਹੀਂ ਹੋਣਗੀਆਂ ਤੇ ਸਾਹਮਣੇ ਵਾਲਾ ਪਰਸਨ ਤੁਹਾਡੀ ਜ਼ਰੂਰ ਗਲਤ ਜਜਮੈਂਟ ਕਰੇਗਾ ਕਿ ਯਾਰ ਮੈਂ ਕਿਸ ਪਰਸਨ ਦੇ ਨਾਲ ਜੁਆਇਨ ਕਰ ਗਿਆ ਜਾਂ ਮੈਂ ਕਿਹੋ ਜਿਹੇ ਕੰਮ 'ਚ ਐਂਟਰ ਕਰ ਗਿਆ। ਬਹੁਤ ਸਾਰੇ ਪਰਸਨ ਇਸ ਚੀਜ਼ ਦਾ ਕਰਕੇ ਵੀ ਇਹਨੂੰ ਛੱਡ ਕੇ ਚਲੇ ਜਾਂਦੇ, ਇਸ ਸਿਸਟਮ ਨੂੰ, ਇਸ ਕੰਪਨੀ ਨੂੰ, ਜਾਂ ਕਹਿ ਸਕਦੇ ਇਸ ਬ੍ਰਾਂਡ ਨੂੰ, ਕਿਉਂਕਿ ਕਈ ਵਾਰ ਸਾਡੇ ਸੀਨੀਅਰ ਦਾ ਜਾਨੀ ਕਹਿ ਸਕਦੇ ਉਸ ਪਰਸਨ ਦਾ ਬਿਹੇਵੀਅਰ ਸਹੀ ਨਹੀਂ ਹੁੰਦਾ, ਜਾਂ ਨੀਚੇ ਵਾਲੇ ਦਾ ਸਹੀ ਨਹੀਂ ਹੁੰਦਾ, ਜਾਂ ਉੱਪਰ ਵਾਲੇ ਦਾ ਸਹੀ ਨਹੀਂ ਹੁੰਦਾ। ਸੋ ਸਾਡੀ ਅਗਲੀ ਮੀਟਿੰਗ ਰਹੇਗੀ ਜਿਹੜੀ ਕਾਰਡਨ ਰੂਲ, ਉਹਦੇ 'ਚ ਆਪਾਂ ਜ਼ਰੂਰ ਇਹ ਤੁਹਾਨੂੰ ਰੂਲਸ ਸਮਝਾਵਾਂਗੇ ਕਿ ਇੱਕ ਸੀਨੀਅਰ ਦੀ ਰਿਸਪੈਕਟ ਕਿਉਂ ਜ਼ਰੂਰੀ ਹੁੰਦੀ ਹੈ, क्योंकि अगर तुम करोगे फिर वही चीज तुम्हारे नीचे डुप्लीकेट होएगी। अगली लाइन, आपके गेस्ट को जो भी
डाउट हैं उनको अपने सीनियर से उसी टाइम क्लीयर करवाएं। ਜਿਨ੍ਹਾਂ ਪਰਸਨ ਨੂੰ ਤੁਸੀਂ ਆਪਣੇ ਘਰੇ ਇਨਵਾਈਟ ਕੀਤਾ ਵਾ, ਜਦੋਂ ਮੀਟਿੰਗ ਬਹੁਤ ਵਾਰ ਆਪਾਂ ਜਾਨੀ ਪ੍ਰੋਡਕਟਸ ਬਾਰੇ ਜਾਣਕਾਰੀ ਦਿੰਦੇ ਆ ਜਾਂ ਬਿਜ਼ਨਸ ਪਲਾਨ ਬਾਰੇ ਜਾਣਕਾਰੀ ਦਿੰਦੇ ਆ, ਸੀਐਨਸੀ ਬਾਰੇ ਜਾਣਕਾਰੀ ਦਿੰਦੇ ਆ ਜਾਂ ਆਪਣੀ ਕੰਪਨੀ ਦੇ ਪ੍ਰੋਫਾਈਲ ਬਾਰੇ ਜਾਣਕਾਰੀ ਦਿੰਦੇ ਆ, ਉਹ ਮੀਟਿੰਗ ਨੂੰ ਸੁਣਦੇ ਸੁਣਦੇ ਉਹਦੇ ਮਨ 'ਚ ਕੁਝ ਇਹੋ ਜਿਹੇ ਸਵਾਲ ਹੁੰਦੇ ਆ ਜਿਨ੍ਹਾਂ ਦਾ ਕਰਕੇ ਕਨਫਿਊਜ਼ ਹੁੰਦਾ ਵਾ। ਤੇ ਇਮੀਡੀਏਟ ਜਦੋਂ ਤੁਸੀਂ ਮੀਟਿੰਗ ਨੂੰ ਬੰਦ ਕਰਦੇ ਹੋ, ਤੁਸੀਂ ਉਹਨਾਂ ਉਸ ਪਰਸਨ ਦੇ ਨਾਲ ਜ਼ਰੂਰ ਸਭ ਨੂੰ ਪੁੱਛਣਾ 1 ਬਾਈ 1 ਕਰਕੇ ਕਿ ਸਰ ਤੁਹਾਨੂੰ ਮੀਟਿੰਗ ਵਧੀਆ ਲੱਗੀ ਕਿ ਬਹੁਤ ਵਧੀਆ ਲੱਗੀ, ਤੁਹਾਨੂੰ ਇਸ ਮੀਟਿੰਗ ਦਾ ਕਿਹੜਾ ਪਾਰਟ ਵਧੀਆ ਲੱਗਾ, ਤੁਹਾਨੂੰ ਗੁੱਡ ਹੈਲਥ ਦਾ ਪਾਰਟ ਵਧੀਆ ਲੱਗਾ, ਤੁਹਾਨੂੰ ਸੇਵਿੰਗ ਦਾ ਲੱਗਾ, ਜਾਂ ਤੁਹਾਨੂੰ ਉਹ ਪਾਰਟ ਵਧੀਆ ਲੱਗਾ ਕਿ ਅਗਰ ਆਪਾਂ ਸਿਸਟਮ ਨਾਲ ਜੁੜਦੇ ਹਾਂ ਤਾਂ ਆਪਾਂ ਆਪਣੇ ਆਉਣ ਵਾਲੇ ਬੱਚਿਆਂ ਦਾ ਆਪਣਾ ਫਿਊਚਰ ਬ੍ਰਾਈਟ ਕਰ ਸਕਦੇ ਹਾਂ। ਸੋ ਤੁਸੀਂ ਆਪਸ਼ਨ ਦੇ ਰਹੇ ਹੋ ਉਹਨਾਂ ਨੂੰ। ਸੋ ਇਹ ਨਹੀਂ ਕਹਿਣਾ ਮੀਟਿੰਗ ਕਿੱਦਾਂ ਦੀ ਲੱਗੀ। ਸੋ ਤੁਸੀਂ ਉਹਨਾਂ ਤੋਂ ਪੁੱਛ ਸਕਦੇ ਹੋ ਅਗਰ ਉਹ ਫੋਕਸ ਕਰ ਰਹੇ ਕਿ ਮੈਨੂੰ ਗੁੱਡ ਹੈਲਥ ਦਾ ਜਿਹੜਾ ਤੁਸੀਂ ਪਾਰਟ ਬਹੁਤ ਵਧੀਆ ਲੱਗਾ, ਮੈਨੂੰ ਇਹ ਪ੍ਰੋਡਕਟਸ ਬਹੁਤ ਵਧੀਆ ਲੱਗੇ, ਤੇ ਦੈਨ ਤੁਸੀਂ ਆਪਣੇ ਸੀਨੀਅਰ ਦੇ ਨਾਲ ਬਿਠਾ ਕੇ ਉਹਦੀ ਲਾਸਟ ਕਲੋਜ਼ਿੰਗ ਕਰਕੇ ਹੀ ਉਹਨੂੰ ਉਠਾ ਕੇ ਭੇਜਣਾ। ਇਹ ਨਹੀਂ ਕਿ ਮੀਟਿੰਗ ਖਤਮ ਹੋਈ ਔਰ ਤੁਹਾਡੇ ਸਾਰੇ ਗੈਸਟ ਉੱਠ ਕੇ ਚਲੇ ਗਏ। ਜਦੋਂ ਮੀਟਿੰਗ ਨੂੰ ਖਤਮ ਕਰਨਾ ਤੁਸੀਂ ਉਹਨਾਂ ਨੂੰ ਖੁਦ ਇਹ ਖੜੇ ਹੋ ਕੇ ਗੱਲ ਕਹਿ ਸਕਦੇ ਆ ਕਿ ਸਰ 10 ਤੋਂ 15 ਮਿੰਟ ਤੁਹਾਡੇ ਹੋਰ ਲਵਾਂਗੇ ਤਾਂ ਕਿ ਆਪਾਂ ਜੋ ਵੀ ਸੁਣਿਆ ਉਹਦੇ ਬਾਰੇ ਆਪਾਂ ਡਿਸੀਜਨ ਲੈ ਸਕੀਏ। ਅੱਗੇ 'ਚ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਵੀ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਕਿ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਮੀਟਿੰਗ ਨੂੰ ਸ਼ੁਰੂ ਕਰ ਦਿੰਦੇ ਆ ਤਾਂ ਸਾਡੀ ਮੀਟਿੰਗ ਅਜੇ 10 ਮਿੰਟ ਹੀ ਹੋ ਜਾਂਦੇ ਸ਼ੁਰੂ ਨੂੰ, ਉਹਦੇ ਵਿੱਚ ਕਾਫੀ ਆ ਜਾਂਦੀ ਹੈ ਜਾਂ ਚਾਹ ਆ ਜਾਂਦੀ ਹੈ ਜਾਂ ਵਿੱਚ ਪਕੌੜੇ ਜਾਂ ਸਮੋਸੇ ਆ ਜਾਂਦੇ ਆ ਤੇ ਸਾਰੀ ਮੀਟਿੰਗ ਦਾ ਸਤਿਆਨਾਸ਼ ਹੋ ਜਾਂਦਾ। ਸੋ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਦਾ ਬਾਰੇ ਆਪਾਂ ਧਿਆਨ ਰੱਖਣਾ ਵਾ। ਇਹ ਸਾਰੀ ਡਿਸਕਸ਼ਨ ਜਿਹੜੀ ਹੋ ਰਹੀ ਹੈ ਸਿਰਫ ਤੇ ਸਿਰਫ ਇਸ ਚੀਜ਼ ਤੇ ਹੋ ਰਹੀ ਹੈ ਕਿ ਆਪਾਂ ਬਿਜ਼ਨਸ ਨੂੰ ਕਿਸ ਤਰੀਕੇ ਨਾਲ ਵੱਡਾ ਕਰ ਸਕਦੇ। ਸੋ ਉਸੇ ਟਾਈਮ ਆਪਣੇ ਸੀਨੀਅਰ ਦੇ ਨਾਲ ਉਸ ਪਰਸਨ ਨੂੰ ਮਿਲਾ ਕੇ ਉਹਦੇ ਡਾਊਟ ਕਲੀਅਰ ਕਰਾਓ ਤਾਂ ਕਿ ਜਦੋਂ ਤੁਹਾਡੇ ਘਰੋਂ ਪੈਰ ਬਾਹਰ ਰੱਖੇ ਤੁਹਾਡੇ ਮਨ ਨੂੰ ਇੱਕ ਸੰਤੁਸ਼ਟੀ ਹੋਵੇ ਕਿ ਮੈਨੂੰ ਅੱਜ ਇੱਥੇ ਜ਼ਰੂਰ ਕੁਝ ਨਵਾਂ ਸੁਣਨ ਨੂੰ ਮਿਲਿਆ। ਮੈਂ ਗੱਲ ਹਮੇਸ਼ਾ ਕਹਿੰਦਾ ਵਾਂ ਕਿ ਦੁਨੀਆ ਦੀ ਕਮੀ ਨਹੀਂ ਆ, ਔਰ ਜੋ ਸਾਡੇ ਕੋਲ ਕੰਸੈਪਟ ਆ ਮਾਰਕੀਟ 'ਚ ਕਸਟਮਰ ਦੀ ਕਮੀ ਵੀ ਨਹੀਂ ਹੈ, ਸਿਰਫ ਕਮੀ ਹੈ ਕਿ ਸਾਨੂੰ ਸਹੀ ਤਰੀਕੇ ਨਾਲ ਟਰੈਕ ਨਹੀਂ ਕਰਨਾ ਆ ਰਿਹਾ। ਅਗਰ ਆਪਾਂ ਸਹੀ ਤਰੀਕੇ ਨਾਲ ਟਰੈਕ ਕਰਨਾ ਸਿੱਖ ਗਏ ਤਾਂ ਆਪਾਂ ਬਹੁਤ ਵੱਡਾ रेवोल्यूशन लेके आ सकते हैं ज्वाइनिंग का। सो आगे चलते हैं। आपकी जो छोटी प्रोडक्ट्स कैटलॉग है ਉਹ ਆਪਣੇ ਸਾਰੇ ਗੈਸਟਸ ਨੂੰ ਦੇਣੀ ਹੈ ਕਿ ਅਗਰ ਮੰਨ ਲਓ ਤੁਹਾਡੀ ਹੋਮ ਮੀਟਿੰਗ ਦੇ ਵਿੱਚ 15 ਤੋਂ 20% ਬੈਠੇ ਆ ਤਾਂ ਐਟਲੀਸਟ ਤੁਹਾਡੇ ਕੋਲ 15 ਤੋਂ 20 ਉਹ ਕੈਟਲੌਗ ਹੋਣੀਆਂ ਜ਼ਰੂਰੀ ਹੈ। ਤੁਸੀਂ ਸਭ ਨੂੰ ਇੱਕ ਇੱਕ ਉਹ ਕੈਟਾਲੌਗ ਦੇ ਸਕਦੇ ਨਹੀਂ। ਅਗਰ ਮੰਨ ਲਓ ਇਨ ਬਿਟਵੀਨ ਤੁਹਾਡੇ ਕੋਲ ਨਹੀਂ ਹੈਗੀ ਤੇ ਸਾਡੇ ਕੋਲ ਜੋ ਈ ਪ੍ਰੋਡਕਟਸ ਕੈਟਾਲੌਗ ਆਉਂਦੀ ਹੈ ਜਾਂ ਈ ਵਾਇਸ ਮੈਗਜ਼ੀਨ ਵੀ ਆਉਂਦਾ ਵਾ, ਤੁਸੀਂ ਉਹ ਵੀ WhatsApp ਕਰ ਸਕਦੇ। ਅਗਰ ਤੁਸੀਂ ਉਹਨਾਂ ਨੂੰ WhatsApp ਕਰੋਗੇ ਉਸ ਟਾਈਮ ਕਰਨਾ, ਐਡਵਾਂਸ ਨਹੀਂ ਕਰਨਾ। ਇਹ ਨਾ ਹੋਵੇ ਕਿ ਉਹ ਮੀਟਿੰਗ ਜੇ ਇੰਟਰ ਨਹੀਂ ਹੋਏ ਤਾਂ ਤੁਸੀਂ ਇੱਕ ਦਿਨ ਪਹਿਲਾਂ ਉਹਨਾਂ ਨੂੰ ਐਡਵਾਂਸ ਸੈਂਡ ਕੀਤਾ ਆ, ਉਹ ਜਜਮੈਂਟ ਲਾਈਨ ਗਿਆ। ਸਭ ਤੋਂ ਵੱਡੀ ਸਮੱਸਿਆ ਕੀ ਹੈ ਕਿ ਲੋਕ ਕੈਫੇ ਬਹੁਤ ਲਾਉਂਦੇ ਆ। ਲੋਕ ਪਹਿਲੇ ਹੀ ਇੱਕ ਧਾਰਨਾ ਬਣਾ ਲੈਂਦੇ ਆ ਕਿ ਉਹੀ ਕੰਮ ਹੈ, ਇਦਾਂ ਦਾ ਕੰਮ ਆ ਜੋ ਲੋਕਾਂ ਨੇ ਸੁਣਿਆ ਹੁੰਦਾ। ਉਸ ਟਾਈਮ ਸਿਰਫ ਜਿਸ ਟਾਈਮ ਤੁਸੀਂ ਇਨਵਾਈਟ ਕਰਨਾ ਵਾ, ਤੁਸੀਂ ਉਹਨਾਂ ਦੀ ਕ੍ਰਾਸਪੀ ਜਗਿਆਸਾ ਵਧਾਉਣੀ ਕਿ ਉਹਨਾਂ ਦੀ ਉਤੇਜਨਾ ਵਧਾਉਣੀ ਹੈ ਕਿ ਉਹ ਇੰਨੇ ਕੁ ਐਕਸਾਈਟਡ ਹੋਣ ਉਸ ਮੀਟਿੰਗ ਦੇ ਵਿੱਚ ਆ ਕੇ ਕਿ ਉਹਨਾਂ ਨੂੰ ਲੱਗੇ ਪਤਾ ਨਹੀਂ ਮੈਨੂੰ ਇੱਥੇ ਆ ਕੇ ਕੀ ਮਿਲਣ ਵਾਲਾ ਵਾ। ਇਹ ਇਨਵਾਇਰਨਮੈਂਟ ਕ੍ਰੀਏਟ ਕਰਨਾ ਔਰ 1 ਘੰਟੇ ਦਾ ਟਾਈਮ ਲੈਣਾ ਵਾ ਉਹਨਾਂ ਕੋਲ ਜ਼ਰੂਰ ਕਿ ਸਰ 1 ਘੰਟਾ ਲੈਣਾ ਵਾ। ਸੋ ਸਾਰੀਆਂ ਚੀਜ਼ਾਂ ਉਸ ਟਾਈਮ ਤੁਸੀਂ ਪ੍ਰੋਵਾਈਡ ਕਰਾਉਣੀਆਂ। ਜਿਹੜੇ ਵੀ ਟੂਲ ਤੋਂ ਤੁਸੀਂ ਪ੍ਰੈਜ਼ੈਂਟ ਕਰ ਰਹੇ ਹੋ ਮੀਟਿੰਗ ਨੂੰ, ਜਿਸ ਤਰ੍ਹਾਂ ਕਈ ਵਾਰ ਕੀ ਹੁੰਦਾ ਕਿ ਆਪਾਂ ਸਾਹਮਣੇ ਖੜੇ ਹੋ ਕੇ ਕਾਰ ਬੁੱਕ ਦਿਖਾ ਰਹੇ ਹਾਂ ਜਾਂ ਲੀਡਿੰਗ ਬੁੱਕ ਦਿਖਾ ਰਹੇ ਹਾਂ ਜਾਂ ਲਗਜ਼ਰੀ ਬੁੱਕ ਦਿਖਾ ਰਹੇ ਹਾਂ ਜਾਂ ਵਾਇਸ ਮੈਗਜ਼ੀਨ ਦਿਖਾ ਰਹੇ ਹਾਂ। ਜਦੋਂ ਤੁਸੀਂ ਮੀਟਿੰਗ ਨੂੰ ਕਲੋਜ਼ ਕਰੋ ਔਰ ਕੋਸ਼ਿਸ਼ ਕਰੋ ਕਿ ਟੂਲ ਉਹਨਾਂ ਨੂੰ ਇੱਕ ਵਾਰੀ ਫਿਜ਼ੀਕਲੀ ਮਹਿਸੂਸ ਕਰਾਓ, ਉਹਨਾਂ ਨੂੰ ਦਿਖਾਓ, ਉਹ ਕਾਰ ਬੁੱਕ ਨੂੰ ਖੁਦ ਫੜ ਕੇ ਦੇਖ ਸਕਣ ਕਿ ਵਾਕਈ ਯਾਰ ਇੱਥੇ ਬਹੁਤ ਸਾਰੇ ਲੋਕਾਂ ਦੀ ਜ਼ਿੰਦਗੀ ਬਦਲ ਗਈ। ਸੋ ਤੁਸੀਂ ਉਹਨਾਂ ਨੂੰ ਕੈਟਲੌਗ ਦੇ ਸਕਦੇ ਆ ਤਾਂ ਕਿ ਉਹਨਾਂ ਪ੍ਰੋਡਕਟਸ ਨੂੰ ਵਾਚ ਕਰ ਸਕਣ। ਅਗਰ ਤੁਸੀਂ ਪ੍ਰੋਡਕਟਸ ਬਾਰੇ ਜਾਣਕਾਰੀ ਦਿੱਤੀ ਹੈ, ਅਗਰ ਉਹ ਕਿਸੇ ਪ੍ਰੋਡਕਟਸ ਦੀ ਮੰਗ ਕਰਦੇ ਕਿ ਮੈਨੂੰ ਪ੍ਰੋਡਕਟਸ ਦਿਖਾਓ ਤਾਂ ਕੋਸ਼ਿਸ਼ ਕਰੋ ਕਿ ਤੁਹਾਡੇ ਕੋਲ ਪ੍ਰੋਡਕਟਸ ਹੋਣ, ਤੁਸੀਂ ਉਹਨਾਂ ਨੂੰ ਫਿਜ਼ੀਕਲੀ ਦਿਖਾ ਸਕੋ। ਜਦੋਂ ਪਰਸਨ ਕਿਸੇ ਚੀਜ਼ ਨੂੰ ਫੜ ਕੇ ਦੇਖਦਾ ਤੇ ਉਹ ਕੁਝ ਡਿਸੀਜਨ ਲੈਣ ਲਈ ਉਹਨੂੰ ਚੀਜ਼ਾਂ ਆਸਾਨ ਕਰਦੀਆਂ। ਸੋ ਹੋਣਾ ਜ਼ਰੂਰੀ ਹੈ। ਇੱਕ ਚੀਜ਼ ਜਿਹੜੀ ਤੁਸੀਂ ਸਿਰਫ ਸੋਚ ਦੇ ਕੇ ਇੱਕ ਕਲਪਨਾ ਦਿਖਾਈ ਹੈ ਕਿ ਇੱਕ ਪ੍ਰੋਡਕਟ ਸਾਡੇ ਕੋਲ ਫਲੈਕਸੀਬਲ ਹੁੰਦਾ ਵਾ, ਫਲੈਕਸੀਬਲ ਸਾਡੀ ਪ੍ਰੋਬਲਮ ਨੂੰ ਠੀਕ ਕਰ ਦਿੰਦਾ ਵਾ, ਉਹਦੀ ਸਿਰਫ ਉਹਦੀ ਪਿਕਚਰ ਦਿਖਾਈ ਹੈ ਜਾਂ ਉਹਨੂੰ ਉਸ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕੀਤੀ। ਅਗਰ ਉਹੀ ਫਲੈਕਸੀਬਲ ਤੁਹਾਡੇ ਕੋਲ ਹੋਏਗਾ ਤੁਸੀਂ ਸਾਹਮਣੇ ਕਿਸੇ ਨੂੰ ਪ੍ਰੈਜ਼ੈਂਟ ਕਰ ਸਕੋਗੇ ਸਰ ਇਹ ਫਲੈਕਸੀਬਲ ਆ। ਸੋ ਕੋਸ਼ਿਸ਼ ਕਰਨਾ ਕਿ ਐਟਲੀਸਟ ਪ੍ਰੋਡਕਟਸ ਨੂੰ ਫਿਜ਼ੀਕਲੀ ਮਹਿਸੂਸ ਕਰਾ ਸਕੋ। ਪ੍ਰੋਡਕਟਸ ਪਲੱਸ ਟੂਲਸ ਜ਼ਰੂਰ ਉਹਨਾਂ ਨੂੰ ਇੱਕ ਵਾਰ ਦਿਖਾਣੇ ਮੀਟਿੰਗ ਤੋਂ ਬਾਅਦ। ਕਿਉਂਕਿ ਜਦੋਂ ਮੈਂ ਫਸਟ ਟਾਈਮ ਕਾਰ ਬੁੱਕ ਦੇਖੀ ਔਰ ਜਦੋਂ ਮੈਂ ਉਸ ਕਾਰ ਬੁੱਕ ਨੂੰ ਜਾਨੀ ਕਹਿ ਸਕਦੇ ਕਿ ਪਰਚੇਜ ਕੀਤਾ ਸੀ ਔਰ ਮੈਂ ਤਕਰੀਬਨ 3 ਘੰਟੇ ਉਸ ਕਾਰ ਬੁੱਕ ਨੂੰ ਦੇਖਦਾ ਰਿਹਾ ਕਿ ਇੰਨੇ ਲੋਕ, ਇੰਨੀਆਂ ਕਾਰਾਂ। ਸੋ ਚੀਜ਼ ਮੈਟਰ ਕਰਦੀ ਹੈ ਤੇ ਕੋਸ਼ਿਸ਼ ਕਰੋ ਕਿ ਫਿਜ਼ੀਕਲੀ ਉਹਨਾਂ ਨੂੰ ਮਹਿਸੂਸ ਕਰਾਓ, ਉਹਨਾਂ ਨੂੰ ਫੜਾਓ ਔਰ ਦੇਖ ਸਕਣ 1 ਬਾਈ 1 ਉਹਨਾਂ ਪੇਜਾਂ ਨੂੰ ਚੈੱਕ ਕਰ ਸਕਣ ਕਿ ਮੇਰੇ ਵਰਗੇ ਆਮ ਕਾਮਨ ਪੀਪਲ ਆ ਜਿਹੜੇ ਇਹਦੇ ਵਿੱਚ ਅਜੇ ਅਚੀਵਰ ਆ, ਇਹ ਚੀਜ਼ ਉਹਨਾਂ ਨੂੰ ਰਿਅਲਾਈਜ਼ ਕਰਾਉਣੀ ਹੈ। ਉਸੇ ਟਾਈਮ ਉਹਨਾਂ ਦਾ ਜੁਆਇਨਿੰਗ ਫਾਰਮ ਜ਼ਰੂਰ ਸਾਈਨ ਕਰਾਓ ਤੇ ਉਹਨਾਂ ਦਾ ਆਰਡਰ ਵੀ ਦਿਓ ਕਿਉਂਕਿ ਉਸ ਟਾਈਮ ਤੇ ਤੁਸੀਂ ਪੂਰਾ ਇੱਕ এনवायरमेंट ਕ੍ਰੀਏਟ ਕੀਤਾ ਵਾ। ਜੋ ਐਟਮੋਸਫੇਅਰ ਬਣਿਆ ਹੋਏਗਾ ਉਸ ਟਾਈਮ ਤੇ ਪੂਰੇ ਐਕਸਾਈਟਡ ਵੀ ਹੋਣਗੇ
ਤੇ ਕਈ ਵਾਰ ਕੀ ਕਰਦੇ ਆ ਕਿ ਮੀਟਿੰਗ ਹੋਈ, ਪਰਸਨ ਕਹਿੰਦਾ ਠੀਕ ਹੈ ਸਰ ਮੈਂ ਹੁਣ ਜਾ ਸਕਦਾ, ਤੇ ਆਪਾਂ ਕਹਿੰਦੇ ਸਰ ਓਕੇ ਡਨ, ਉਹ ਚਲਾ ਜਾਂਦਾ ਵਾ। ਆਪਾਂ ਇੱਥੇ ਗਲਤ ਆ। ਅਗਰ ਉਹ ਪਰਸਨ ਬੈਠਾ ਵਾ ਤਾਂ ਤੁਸੀਂ ਉਹ ਤੋਂ ਡਿਸੀਜਨ ਲੈਣਾ ਵਾ ਕਿ ਸਰ ਤੁਹਾਨੂੰ ਪ੍ਰੋਡਕਟਸ ਵਧੀਆ ਲੱਗੇ, ਸੇਵਿੰਗ ਪਾਰਟ ਵਧੀਆ ਲੱਗਾ, ਕਿ ਜਾਂ ਤੁਹਾਨੂੰ ਉਹ ਪਾਰਟ ਵਧੀਆ ਲੱਗਾ ਜਿਸ, ਅਗਰ ਤੁਸੀਂ ਸਿਸਟਮ ਨਾਲ ਜੁੜਦੇ ਹੋ ਤੁਸੀਂ ਆਪਣੀ ਲਾਈਫ ਨੂੰ ਬਦਲ ਸਕਦੇ ਹੋ। ਅੱਗੇ ਜਾ ਕੇ ਮੈਂ ਤੁਹਾਨੂੰ ਕੁਝ ਕੈਟਾਗਰੀਆਂ ਵੀ ਦੱਸਾਂਗਾ ਜਿਹਦੇ ਵਿੱਚ ਤੁਸੀਂ ਬੜੇ ਅਲੱਗ ਆਸਾਨੀ ਦੇ ਨਾਲ ਉਸ ਪਰਸਨ ਨੂੰ ਡਿਫਾਈਨ ਕਰ ਸਕਦੇ ਹੋ ਕਿ ਕਿਹੜੀ ਕੈਟਾਗਰੀ ਦਾ ਪਰਸਨ ਆ। ਉਸੇ ਟਾਈਮ ਉਹਨਾਂ ਦਾ ਜੁਆਇਨਿੰਗ ਫਾਰਮ ਜ਼ਰੂਰ ਸਾਈਨ ਕਰਾਓ। ਅਗਰ ਉਹ ਜੁਆਇਨਿੰਗ ਫਾਰਮ ਸਾਈਨ ਨਹੀਂ ਕਰਦੇ ਤਾਂ ਉਹਨਾਂ ਦਾ ਆਰਡਰ ਲਓ, ਚਾਹੇ ਉਹ ਟੀ ਬੈਗ ਹੋਵੇ, ਚਾਹੇ ਕਾਫੀ ਹੋਵੇ, ਚਾਹੇ ਆਰਬੀ ਹੋਵੇ, ਚਾਹੇ ਪੇਸਟ ਬਰਸ਼, ਜੋ ਵੀ ਹੋਵੇ ਐਵਰੀਥਿੰਗ, ਲੇਕਿਨ ਲਾਓ ਜ਼ਰੂਰ ਕਿ ਸਰ ਆਪਾਂ ਸਟਾਰਟ ਕਰੀਏ, ਕਿਉਂਕਿ ਆਪਾਂ ਬਾਹਰੋਂ ਵੀ ਮਾਰਕੀਟ ਚੋਂ ਲੈ ਰਹੇ ਹਾਂ, ਬਟ ਇੱਕ ਵਾਰ ਜ਼ਰੂਰ ਸਟਾਰਟਅਪ ਹੋਣਾ ਚਾਹੀਦਾ। ਸੋ ਇਹਨੂੰ ਕਹਿੰਦੇ ਥੋੜਾ ਜਿਹਾ ਪੁਸ਼ ਕਰਨਾ, ਇਹ ਜ਼ਰੂਰ ਕਰਨਾ ਵਾ। ਔਰ ਮੈਂ ਹਮੇਸ਼ਾ ਆਪਣੇ ਸ਼ੋਅ ਦੇ ਪਲਾਨ 'ਚ ਇੱਕ ਗੱਲ ਜ਼ਰੂਰ ਕਹਿੰਦਾ ਮੀਟਿੰਗ 'ਚ, ਕਿ ਇਹ ਉਹੀ ਪੁਸ਼ ਆ ਜਿਸ ਪੁਸ਼ ਦਾ ਕਰਕੇ ਤੁਸੀਂ ਅੱਜ ਇੰਡਸਟਰੀ 'ਚ ਆ। ਅਗਰ ਤੁਹਾਡੇ ਸੀਨੀਅਰ ਨੇ, ਤੁਹਾਡੇ ਮੈਂਟਰ ਨੇ ਤੁਹਾਨੂੰ ਪੁਸ਼ ਨਾ ਦਿੱਤਾ ਹੁੰਦਾ, ਸ਼ਾਇਦ ਤੁਸੀਂ ਇਸ ਇੰਡਸਟਰੀ 'ਚ ਐਂਟਰ ਨਾ ਹੁੰਦੇ। सो जरूर पुश देना वा। होम मीटिंग करने के बाद आपको 4 तरह के लोग मिलेंगे। सो बड़ा जबरदस्त हुण लाइन्स आ ਜਿਹੜੀਆਂ ਮੈਂ ਸ਼ੇਅਰ ਕਰਨੀਆਂ, ਕਿਉਂਕਿ ਇਹ ਉਹ 4 ਲੋਕ ਆ ਜਿਨ੍ਹਾਂ ਨੂੰ ਆਪਾਂ ਸਮਝ ਹੀ ਨਹੀਂ ਪਾਉਂਦੇ, ਜਿਹੜਾ ਕਰਕੇ ਸਾਡੀ ਸਾਰੀ ਖਿਚੜੀ ਬਣ ਜਾਂਦੀ ਹੈ ਮੀਟਿੰਗ ਦੇ ਵਿੱਚ। ਕਿ ਕਈ ਵਾਰ ਕੀ ਹੁੰਦਾ, ਮੀਟਿੰਗ ਹੁੰਦੀ ਆ ਔਰ ਲੋਕ ਉੱਠ ਕੇ ਚਲੇ ਜਾਂਦੇ ਆ। ਸੋ ਸਾਨੂੰ ਪਤਾ ਹੀ ਲੱਗਦਾ ਹੀ ਨਹੀਂ ਕਿ ਕਿਸ ਪਰਸਨ ਤੇ ਆਪਾਂ ਫੋਕਸ ਕਰਨਾ ਹੈ, ਕਿਸ ਪਰਸਨ ਤੇ ਫੋਕਸ ਨਹੀਂ ਕਰਨਾ। ਸੋ ਮੈਂ 4 ਇਨਸਾਨਾਂ ਦੀ ਡਿਟੇਲ ਦੇਣ ਲੱਗਾ ਤੁਹਾਨੂੰ। ਸੋ ਤੁਸੀਂ ਚੈੱਕ ਕਰ ਲੈਣਾ ਉਹਨਾਂ ਦੇ ਸਿੰਪਟਮ ਤੋਂ, ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਉਹ ਪਰਸਨ ਹੈਗਾ ਕਿ ਨਹੀਂ ਹੈਗਾ। ਸੋ ਮੈਂ ਫਸਟ ABCD 4 कैटेगरियां ਤੁਹਾਡੇ ਸਾਹਮਣੇ ਡਿਫਾਈਨ ਕਰ ਲੱਗਾ। ਸਭ ਤੋਂ ਪਹਿਲਾਂ ਇਹ कैटेगरी, ये वो लोग हैं ਜਿਹੜੇ ਤੁਹਾਨੂੰ ਕੀ ਕਹਿਣਗੇ, ये काम बहुत आसान है, मैं अपने साथ और भी बहुत सारे लोगों को जोड़ सकता हूँ। ਬਹੁਤ ਵਾਰ ਕੀ ਹੁੰਦਾ, ਜਦੋਂ ਆਪਾਂ ਹੋਮ ਮੀਟਿੰਗ ਕਰਦੇ, ਮੈਂ ਬਹੁਤ ਵਾਰ ਹੋਮ ਮੀਟਿੰਗ ਕੀਤੀਆਂ, ਸ਼ਾਇਦ ਹਜ਼ਾਰਾਂ ਦੀ ਗਿਣਤੀ ਕੋਈ ਨਹੀਂ ਹੋਏਗੀ ਕਿੰਨੀ ਹੋਮ ਮੀਟਿੰਗ ਕੀਤੀ ਹੈ। ਸੋ ਜਦੋਂ ਵੀ ਆਪਾਂ ਹੋਮ ਮੀਟਿੰਗ ਕਰਦੇ, ਸਾਨੂੰ ਇੱਕ ਕਲਾਸ ਜ਼ਰੂਰ ਮਿਲ ਜਾਂਦੀ ਉਹਨਾਂ 'ਚ। ਕਈ ਵਾਰ ਸਾਨੂੰ ਫਸਟ ਮੀਟਿੰਗ 'ਚ ਮਿਲਦੀ ਜਾਂ ਸੈਕੰਡ ਮੀਟਿੰਗ 'ਚ ਮਿਲਦੀ, ਇਹਨੂੰ ਕਹਿੰਦੇ ਆਪਾਂ A ਕਲਾਸ। ਜੋ ਲੋਕ ਤੁਹਾਡੀ ਮੀਟਿੰਗ ਨੂੰ ਸੁਣਨ ਤੋਂ ਬਾਅਦ ਇਹ ਕਹਿਣਗੇ ਸਰ ਇਹ ਵਾਕਈ ਕਨਸੈਪਟ ਬਹੁਤ ਵਧੀਆ, ਇਹ ਤਾਂ ਬੜਾ ਆਸਾਨ ਆ, ਮੈਨੂੰ ਕਰ ਸਕਦਾ, ਮੇਰਾ ਬਹੁਤ ਸਾਰਾ ਸਰਕਲ ਆ, ਮੈਂ ਬਹੁਤ ਸਾਰੇ ਲੋਕਾਂ ਨੂੰ ਜੋੜ ਸਕਦਾ। ਇਹ ਕਿਹੜੀ ਕਲਾਸ, ਇਹਨੂੰ ਅਸੀਂ A ਕਲਾਸ ਕਹਿੰਦੇ ਆ। ਜਿਹੜੇ ਖੁਦ ਇਸ ਚੀਜ਼ ਦੀ ਮੰਗ ਕਰ ਰਹੇ ਕਿ ਵਾਕਈ ਕਨਸੈਪਟ ਵਧੀਆ, ਉਹਨੂੰ ਆਪਾਂ A ਕਲਾस कहते हैं। B क्लास केड़ी रहेगी, ਉਹਦੇ बारे भी सुन लो। सबसे पहले मैं इन प्रोडक्ट्स को यूज करूंगा, उसके बाद में मैं आपको बताऊंगा कि मैंने इस सिस्टम को ज्वाइन करना है। ਇਹਨੂੰ ਆਪਾਂ ਕਹਿੰਦੇ ਇਹ ਦੂਸਰੀ ਕਲਾਸ ਆ। ਇਹ ਕਨਫਿਊਜ਼ ਆ, ਇਹ ਥੋੜਾ ਡਿਸੀਜਨ ਯਾਨੀ ਥੋੜਾ ਸੋਚਣ ਵਿਚਾਰਨ ਤੋਂ ਬਾਅਦ ਡਿਸੀਜਨ ਲੈਣਗੇ ਕਿ ਪਹਿਲਾਂ ਜਿਸ ਪ੍ਰੋਡਕਟਸ ਦਾ ਮੈਂ ਬਿਜ਼ਨਸ ਕਰਨਾ, ਪਹਿਲਾਂ ਪ੍ਰੋਡਕਟਸ ਦੀ ਯੂਜ਼ ਕਰ ਲਈਏ। ਇਹ ਤੁਹਾਡੇ ਤੋਂ ਪ੍ਰੋਡਕਟਸ ਦੀ ਮੰਗ ਕਰਨਗੇ, ਇਹਨੂੰ ਅਸੀਂ ਕਹਿ ਸਕਦੇ ਹਾਂ ਯੂਜ਼ਰ ਵੀ ਕਹਿ ਸਕਦੇ ਹਾਂ, ਇਹ ਵੀ ਕਹਿ ਸਕਦੇ ਹਾਂ ਕਿ ਐਟਲੀਸਟ ਇਹ ਥੋੜਾ ਪਹਿਲਾਂ ਦੇਖ ਕੇ ਪਰਖ ਕੇ ਫਿਰ ਡਿਸੀजन लेंगे ਆ, क्योंकि इंसान भी कैटेगरियां नहीं है। अगली तीसरी क्लास, सर मैं ये काम नहीं कर सकता क्योंकि मेरे पास टाइम नहीं है, मैं बहुत बिजी हूं सर, जॉब करने हैं, इन्हें तो इन्हें नौकरी है सर, संडे ਨੂੰ ਫੈਮਿਲੀ ਨੂੰ ਟਾਈਮ ਦੇਣਾ, ਜੋ ਵੀ ਵਾਟਐਵਰ ਤੁਹਾਨੂੰ ਕਹੇਗਾ। ਕਿਉਂਕਿ ਜਦੋਂ ਤੁਸੀਂ ਕਲੋਜ਼ਿੰਗ ਕਰੋਗੇ ਉਹਨਾਂ ਡਿਸੀਜਨ ਤੋਂ ਪੁੱਛੋਗੇ ਤਾਂ ਤੁਹਾਨੂੰ ਕੋਈ ਨਾ ਕੋਈ ਛੋਟੇ ਮੋਟੇ ਇਹ ਐਕਸਕਿਊਜ਼ ਦੇਗਾ। ਇਹਨੂੰ ਹੀ ਕਹਿੰਦੇ, ਮੈਂ ਬਹੁਤ ਵਾਰ ਕਹਿੰਦਾ ਉਹਨਾਂ ਨੂੰ ਕਹਿੰਦੇ ਸੀ ਮੂਡ ਵਾਲੇ ਪਰਸਨ। ਇਹ ਡਿਸੀਜਨ 'ਚ ਵੀਕ ਹੋਣਗੇ, ਸਿਰਫ ਇਹੀ ਕਹਿਣਗੇ ਸਰ ਕੱਲ ਪਰਸੋਂ ਮੈਂ ਤੁਹਾਨੂੰ ਦੱਸਦਾ, ਅਜੇ ਮੇਰਾ ਟਾਈਮ ਨਹੀਂ, ਇਹ ਉਹ। ਆ ਸਾਨੂੰ ਆਮ ਹੀ ਮਿਲਦੇ ਆ ਮਾਰਕੀਟ 'ਚ, ਔਰ ਬਹੁਤ ਸਾਰੇ ਪਰਸਨ ਨੂੰ ਤੁਹਾਨੂੰ ਇਹ ਮਿਲੇ ਵੀ ਹੋਣਗੇ। ਠੀਕ ਹੈ, ਸੋ ਇਹ ਕਹਿਣਗੇ ਸਰ ਮੈਂ ਪਹਿਲਾਂ ਪ੍ਰੋਡਕਟਸ ਦੇਖਾਂਗਾ ਯੂਜ਼ ਕਰਕੇ, ਸੋ ਮੈਨੂੰ ਤੇ ਟਾਈਮ ਦਿਓ, ਜੋ ਵੀ ਹੈ। ਸਿਰਫ ਗੱਲ ਨੂੰ ਟਾਲ ਮਟੋਲ ਕਰਕੇ ਉੱਥੋਂ ਉੱਠ ਕੇ ਚਲੇ ਜਾਣਗੇ। ਤੁਸੀਂ ਇਹਨਾਂ ਨਾਲ ਫਾਲੋਅਪ ਕਰ ਸਕਦੇ ਆ, ਇਹਨਾਂ ਨੂੰ ਦੁਬਾਰਾ ਪੁਸ਼ ਕਰ ਸਕਦੇ ਆ, ਇਹਨਾਂ ਨਾਲ ਮੇਲ ਕਰ ਸਕਦੇ। सो साढ़े को क्लास कैटेगरी बची है। मैंने पहले भी ऐसे काम बहुत सुने हैं, बाद में जो कंपनियां भाग जाती हैं। ਹੁਣ ਇਹ ਉਹ ਲਾਸਟ ਪਰਸਨ ਆ ਜਿਹੜਾ ਸਭ ਨੂੰ ਖਤਰਨਾਕ ਆ। ਇਹਦੇ तो बिल्कुल टाइम नहीं वेस्ट करना। मैं अगली लाइन च लिखा है, आपके पास आपको इतनी पहचान तुरंत हो जानी चाहिए कि आप कौन सा व्यक्ति ए है, बी है, सी और कौन सा डी है। अगर तुम कैटेगरी ਨੂੰ डिफाइन कर लोगे तो ਤੁਹਾਨੂੰ ज्वाइनिंग कराने च उस क्लास ਨੂੰ डिफाइन करने बड़ी आसानी रहेगी। अगर आप इन व्यक्तियों को कैटेगराइज करना सीख गए तो आप इस बिजनेस में बहुत जल्दी ग्रो करेंगे। क्योंकि ਅਸੀਂ ਕੀ ਕਰ ਰਹੇ ਹਾਂ, ਅਸੀਂ ਡੀ ਵਾਲੇ ਤੋਂ ਫੋਕਸ ਕਰ ਰਹੇ ਹਾਂ, ਜਿਹੜਾ ਨਹੀਂ ਮੰਨ ਰਿਹਾ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੂੰ ਕਰ ਤੂੰ ਕਰ ਤੂੰ ਕਰ, ਉਹ ਕਹਿੰਦਾ ਮੈਂ ਦੱਸਦਾ ਵਾਂ। ਸੋ ਕਨਫਿਊਜ਼ ਆਪਾਂ ਬਹਿਣ ਸ਼ੁਰੂ ਕਰ ਲੈਂਦੇ ਉੱਥੇ, ਸਾਰਾ ਮਾਹੌਲ ਖਰਾਬ ਹੋ ਜਾਂਦਾ। ਜਿਹੜੇ ਦੋ ਪੋਜ਼ਿਟਿਵ ਬੈਠੇ ਹੁੰਦੇ ਉਹ ਵੀ ਡਿਸਟਰਬ ਹੋ ਜਾਂਦੇ ਆ। नो नो नो, मैं डी ਬਾਰੇ ਅੱਗੇ ਲਿਖਿਆ, ਮੈਂ ਉਹਦੇ ਬਾਰੇ ਬਾਅਦ ਚ ਡਿਸਕਸ ਕਰੂੰਗਾ। ਪਹਿਲੇ ਆਪਾਂ ABC ਨੂੰ ਜ਼ਰੂਰ ਸਮਝਣਾ ਵਾ। ਅਗਰ ਸਭ ਨੂੰ ਵੱਧ ਤੁਹਾਡੇ ਬਿਜ਼ਨਸ ਕੋ ਰੈਵੋਲੂਸ਼ਨ ਲਿਆਉਣਗੇ, ਜੋ ਬੂਮ ਲੈ ਕੇ ਆਉਣਗੇ, ਉਹ A ਤੇ B। ਮੈਂ ਇੱਥੋਂ ਤੱਕ ਕਹਿੰਦਾ ਕਿ C ਵਾਲੇ ਤੋਂ ਵੀ ਫੋਕਸ ਘੱਟ ਕਰਨਾ, ਔਰ D ਵਾਲੇ ਨੂੰ ਤਾਂ ਛੱਡ ਹੀ ਦੇਣਾ। ਇਹ ਵਾਇਰਸ ਆ, ਇੰਨਾ ਆਪਾਂ ਬੈਂਸ ਹੀ ਨਹੀਂ ਕਰਨੀ। ਅਗਲੀਆਂ ਲਾਈਨਾਂ 'ਚ ਮੈਂ ਕੁਝ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗਾ। अगर आपको अगर आपको अगर आपको एक कैटेगरी पर्सन मिल जाए तो उसी टाइम उसके घर में वो मीटिंग का टाइम सेट करें। सो
ਇਹ ਸਭ ਨੂੰ ਵੱਡਾ ਪਲੱਸ ਪੁਆਇੰਟ ਆ। ਸਭ ਨੂੰ ਪਹਿਲਾਂ ਤੁਸੀਂ ਮੀਟਿੰਗ ਡਿਸਾਈਡ ਕੀਤੀ, ਉਸ ਪਰਸਨ ਦੇ ਘਰ ਜਿਹਦੇ ਘਰ ਹੋ ਰਹੀ ਹੈ, ਦੈਨ ਉਹਦੇ ਚੋਂ ਤੁਹਾਨੂੰ ਇੱਕ ਇਹ ਕੈਟਾਗਰੀ ਦਾ ਪਰਸਨ ਮਿਲ ਗਿਆ, ਫਿਰ ਤੁਸੀਂ ਉਹਦੇ ਘਰੇ ਹੋਮ ਮੀਟਿੰਗ ਸੈੱਟ ਕੀਤੀ। ਸੋ ਇੱਕ ਹੋਮ ਮੀਟਿੰਗ ਚ ਜਦ ਤੱਕ 8 ਤੋਂ 10 ਹੋਮ ਮੀਟਿੰਗ ਨਹੀਂ ਨਿਕਲਣੀਆਂ, ਮੈਂ ਉਸ ਹੋਮ ਮੀਟਿੰਗ ਨੂੰ ਸਕਸੈਸ ਨਹੀਂ ਮੰਨਦਾ। ਤਾਂ ਹੀ ਆਪਾਂ ਉਸ ਪਰਸਨ ਦੇ ਘਰ ਮਿਨੀਮਮ 9 ਤੋਂ 10 ਮੀਟਿੰਗਾਂ ਕਰਨ ਨੂੰ ਕਹਿ ਰਹੇ ਹਾਂ, ਜੋ ਪਰਸਨ ਤੁਹਾਡਾ ਜੁਆਇਨ ਕਰਦਾ, ਕਿਉਂਕਿ ਉਹਨਾਂ 10 ਮੀਟਿੰਗਾਂ 'ਚ ਆਪਾਂ ਸਾਰਾ ਸਰਕਲ ਕਵਰ ਕਰਦੇ ਹਾਂ। ਸੋ ਇਹਨਾਂ ਕੀ ਹੁੰਦਾ, ਆਸਾਨੀ ਹੁੰਦੀ ਹੈ ਸਾਨੂੰ ਬਿਜ਼ਨਸ ਨੂੰ ਗਰੋ ਕਰਨ। ਪਰ ਜਦੋਂ ਵੀ ਤੁਹਾਨੂੰ ਇਹ ਕੈਟਾਗਰੀ ਦਾ ਪਰਸਨ ਮਿਲ ਗਿਆ, ਤੁਸੀਂ ਉਹਨੂੰ ਕਹਿਣਾ ਸਰ ਡਨ, ਵੈਰੀ ਗੁੱਡ, ਆਪਾਂ ਪ੍ਰੋਡਕਸ਼ਨ ਨੂੰ ਦੇਣੀ, ਉਹਦੀ ਜੁਆਇਨਿੰਗ ਕਰਾਉਣੀ ਆ, ਔਰ ਦੈਨ ਉਹਦੀ ਕਲੋਜ਼ਿੰਗ ਕਰਨ ਤੋਂ ਬਾਅਦ ਕਹਿਣਾ ਸਰ ਤੁਹਾਨੂੰ ਕਿਹੜਾ ਵਧੀਆ ਟਾਈਮ ਰਹੇਗਾ, ਅੱਜ ਮੇਰੇ ਸੀਨੀਅਰ ਮੇਰੇ ਕੋਲ ਬੈਠੇ ਆ, ਸੋ ਕਿਉਂ ਨਾ ਆਪਾਂ ਇਹਨਾਂ ਦਾ ਟਾਈਮ ਮੈਚ ਕਰਕੇ ਕਿਉਂ ਨਾ ਆਪਾਂ ਤੁਹਾਡੇ ਘਰ ਵੀ ਹੋਮ ਮੀਟਿੰਗ ਕਰੀਏ। ਸੋ ਇਹ ਕਲਾਸ ਵਾਲੇ ਪਰਸਨ ਦੇ ਘਰ ਉਸੇ ਟਾਈਮ ਹੋਮ ਮੀਟਿੰਗ ਕਰਨੀ ਹੈ। ਯਾਨੀ ਆਪਾਂ ਟਰੈਵਲ ਕਰ ਰਹੇ ਹਾਂ ਇੱਕ ਇਨਸਾਨ ਦੇ ਘਰੋਂ ਦੂਸਰੇ ਘਰ 'ਚ। ਸੋ ਇਹਨਾਂ ਕੀ ਹੋਏਗਾ, ਸਾਡੀ ਹੋਮ ਮੀਟਿੰਗ ਦੀ ਐਵਰੇਜ ਵੱਧਦੀ ਜਾਏਗੀ। ਇਹ ਬੜਾ ਟੈਕਨੀਕਲ ਪੁਆਇੰਟ ਹੈ, ਇਹਨੂੰ ਸਮਝਣਾ, ਕਿਉਂਕਿ ਬਹੁਤ ਵਾਰ ਸਾਡੇ ਲੀਡਰ ਇੱਥੋਂ ਮਿਸਟੇਕ ਕਰ ਜਾਂਦੇ ਆ। ਇਸ ਕਰਕੇ ਲਾਈਨ ਨੂੰ ਮੈਂ ਜ਼ਰੂਰ ਲਿਖਿਆ ਵਾ ਕਿ ਜਦੋਂ ਵੀ ਤੁਹਾਨੂੰ ਇਹ ਕਲਾਸ ਪਰਸਨ ਮਿਲੇ, ਇਮੀਡੀਏਟ ਉਹਦੇ ਘਰ ਹੋਮ ਮੀਟਿੰਗ। ਪਹਿਲੇ ਤੁਸੀਂ ਉਸ ਇਨਸਾਨ ਦਾ ਸਰਕਲ ਕਵਰ ਕਰ ਰਹੇ ਜਿਹਦੇ ਘਰੇ ਹੋਮ ਮੀਟਿੰਗ ਹੀ, ਹੁਣ ਤੁਸੀਂ ਅਗਲੇ ਘਰ ਚਲੇ ਗਏ, ਕਿਉਂਕਿ ਜਿਸ ਤੋਂ ਹੋਰ ਵੀ ਬਹੁਤ ਸਾਰਾ ਸਰਕਲ ਹੋਏਗਾ। ਕਿਉਂਕਿ ਸਾਡਾ ਪਹਿਲਾ ਟਾਰਗੇਟ ਆ ਕਿ 3 ਮਹੀਨੇ ਦੇ ਵਿੱਚ ਉਸ ਪਰਸਨ ਨੂੰ ਆਪਾਂ ब्राउन्स डायरेक्टर क्वालिफाई करवाना हो। अगली लाइन, अगर 20 पर्सन है तो उसका कौन कौन से प्रोडक्ट चाहिए, उसका उनका उसी टाइम ऑर्डर बनाकर उनके हाथ में प्रोडक्ट, यानी जो भी ऑर्डर है, जो भी उन्हें डिसाइड किया हुआ कि सर मैं कम बाद देखांगा, पहले मैंने दिया 2 4 5 प्रोडक्ट्स को, इन्हों आप दूसरी कैटेगरी कहने जिन्हों बी। सो ਉਹਦਾ ਆਰਡਰ ਲਓ, ਕਿਉਂਕਿ ਬਹੁਤ ਵਾਰ ਕੀ ਹੁੰਦਾ, ਕਈ ਇਨਸਾਨ ਜਦੋਂ ਤੁਹਾਡੀ ਮੀਟਿੰਗ ਨੂੰ ਸੁਣਦੇ ਕੰਪਲੀਟ ਕਰਦੇ ਆ, ਕੋਈ 2 4 ਪ੍ਰੋਡਕਟਸ ਜ਼ਰੂਰ ਲੈ ਕੇ ਜਾਂਦੇ ਆ। ਸੋ ਤੁਸੀਂ 2 4 ਪ੍ਰੋਡਕਟਸ ਦਾ ਆਰਡਰ ਲੈ ਕੇ ਉਹਨਾਂ ਨੂੰ ਉਸੇ ਟਾਈਮ ਉਹਨਾਂ ਨੂੰ ਪ੍ਰੋਡਕਟਸ ਜ਼ਰੂਰ ਦਿਓ, ਤਾਂ ਕਿ ਉਹਨਾਂ ਪ੍ਰੋਡਕਟਾਂ ਨੂੰ ਯੂਜ਼ ਕਰੇ। ਔਰ ਅਗਰ ਉਹਦਾ ਫੇਥ ਉਹਨਾਂ ਪ੍ਰੋਡਕਟਾਂ ਤੇ ਆ ਗਿਆ, ਤਾਂ ਹੋ ਸਕਦਾ ਤੁਹਾਨੂੰ ਆਉਣ ਵਾਲੇ ਪਰਸਨ ਉਹ A ਕਲਾਸ 'ਚ ਕਨਵਰਟ ਹੋ ਜਾਏ। ਉਸ ਤੋਂ ਬਾਅਦ ਅਗਲੀ ਜਾਂਦੇ C ਕਲਾਸ। ਸੋ ਇਹਨਾਂ ਕੀ ਕਰ ਸਕਦੇ, ਇਹ ਲਈ ਇੱਕ ਪਲੱਸ ਪੁਆਇੰਟ ਮੈਂ ਤੁਹਾਨੂੰ ਸ਼ੇਅਰ ਕਰੂੰਗਾ ਕਿ ਤੁਸੀਂ ਇਸ C ਪਰਸਨ ਨੂੰ 24 ਤੋਂ 48 ਘੰਟੇ ਦੇ ਅੰਦਰ ਦੁਬਾਰਾ ਫਾਲੋਅਪ ਕਰਨਾ। ਕਾਲ ਕਰਨੀ ਹੈ, ਉਸ ਟਾਈਮ ਨਹੀਂ ਕਰਨੀ ਕਿ ਘਰ ਪਹੁੰਚਿਆ ਤੁਸੀਂ ਕਾਲ ਕਰਤੀ, 24 ਤੋਂ 48 ਘੰਟੇ ਬਾਅਦ। ਔਰ ਕਾਲ ਤੇ ਇਹੀ ਕਹਿਣਾ ਕਿ ਸਰ ਆਪਾਂ ਸੁਣਿਆ ਹੀ, ਸੋ ਬੜਾ ਜ਼ਬਰਦਸਤ ਕਨਸੈਪਟ ਹੀ, ਬਹੁਤ ਸਾਰੇ ਪਰਸਨ ਜੁਆਇਨ ਕਰਕੇ ਗਏ ਆ, ਸੋ ਆਪਾਂ ਵੀ ਸ਼ੁਰੂਆਤ ਕਰੀਏ। ਤੁਸੀਂ ਇਹਨੂੰ ਪੁਸ਼ ਕਰਨਾ ਵਾ, ਇੱਕ ਵਾਰ ਕਰਨਾ, 2 ਵਾਰ ਕਰਨਾ, 3 ਵਾਰ ਕਰਨਾ, 10 ਵਾਰ ਕਰਨਾ, 15 ਵਾਰ, ਜਿੰਨੀ ਵਾਰ ਵੀ ਤੁਸੀਂ ਇਹਨੂੰ ਪੁਸ਼ ਕਰ ਸਕਦੇ, ਮੈਕਸਿਮਮ ਉਹਨੂੰ ਫਾਲੋਅਪ ਕਰਨ ਦੀ ਕੋਸ਼ਿਸ਼ ਕਰਨੀ ਹੈ ਕਿ ਤੁਸੀਂ ਉਸ ਪਰਸਨ ਦੀ ਵੀ क्लोजिंग करा सको। सो साढ़े को लास्ट कैटेगरी, और अगर आपको D पर्सन है तो उसको उसके हाल पे छोड़ दें। कि मैं क्यों लिखा हुआ, अगर तुम इनू ज्वाइन कराओ के चक्कर च पै गए तो मैं गारंटी देना तुम वैस्ट ही छड़ दोगे, क्योंकि वो पर्सन आ, वो वायरस आ जो हमेशा तुहानू नैगेटिव गल्लां करेगा। और मैं अगली लाइन के लाइन लिखी हुई है, डी वाले पर्सन को आप अच्छे से कैसे पहचानेंगे। मैं कुछ सिम्टम शेयर कर लगा हूँ। डी कैटेगरी वाला पर्सन जब तक आपकी मीटिंग में बैठेगा सिर्फ नेगेटिव बातें करेगा, उन्होंने पॉजिटिव गल नहीं आएगी, वो उस इन्वायरमेंट उस माहौल भी खराब करने की कोशिश करेगा। ये ਉਹਦੇ सिम्टम आ, वो तो तुहानू गलत वाइब्रेशन ही मिलणगीਆਂ। वो जिन्नी देर बोलेगा मूँह चों ਉਹਦੇ ਅੱਗ ਹੀ ਨਿਕਲੇਗੀ, वो हमेशा गलत ही बोलेगा। इस करके ਆਪਾਂ कोशिश करनी है कि ਆਪਾਂ ਤੋਂ दूरी बना लेनी है। ਆਪਾਂ ਆਪਣੇ ਉਸ ਪਰਸਨ ਨੂੰ, ਜਿਸ ਪਰਸਨ ਦੇ ਘਰੇ ਹੋਮ ਮੀਟਿੰਗ ਕੀਤੀ ਆ, ਆਪਾਂ ਨੂੰ ਇਸ਼ਾਰਾ ਵੀ ਮਾਰ ਸਕਦੇ ਹਾਂ ਜਾਂ ਉਹਨੂੰ ਇਸ਼ਾਰੇ 'ਚ ਸਮਝਾ ਸਕਦੇ ਹਾਂ, तो ये पर्सन आउट कर दे, तो इनू सी ऑफ कर दे। ये पर्सन जिन्नी देर बैठेगा वायरस फैलाएगा। सो उन्हें बहस नहीं करनी, उन्होंने क्लोज नहीं करना, उन्होंने कुछ नहीं समझाना वेस्ट की है, उन्होंने ਉਹਦੇ हाल ਤੇ ਛੱਡ देना, बस वो अपने आप ਉੱਠ ਕੇ चला जाएगा। क्योंकि बहुत बार ਸਾਨੂੰ ਮੀਟਿੰਗ ਕਿਹੋ ਜਿਹੇ ਪਰਸਨ ਮਿਲ ਜਾਂਦੀ ਹੈ। ਸੋ ਸਾਡਾ ਫੋਕਸ A ਔਰ B ਤੇ ਹੋਣਾ ਚਾਹੀਦਾ ਵਾ। C ਨੂੰ ਆਪਾਂ ਫਾਲੋਅਪ ਕਰਨਾ ਬਾਅਦ ਦੇ ਵਿੱਚ, ਨਹੀਂ C ਤੇ D ਨੂੰ ਜਿੰਨੀ ਜਲਦੀ ਹੋ ਸਕਦਾ ਅਗਰ ਤੁਸੀਂ ਉਹਨਾਂ ਨੂੰ ਸੀ ਆਫ ਕਰਨਾ ਚਾਹੁੰਦੇ ਤੁਸੀਂ ਕਰ ਸਕਦੇ ਆ। ਆਪਣੀ ਡਾਊਨਲਾਈਨ ਨੂੰ ਇਹ ਟਿਪਸ ਜ਼ਰੂਰ ਸਮਝਾਉਣੇ ਆ ਕਿ 2 ਕੈਟਾਗਰੀਆਂ ਨੂੰ ਆਪਾਂ ਜਿੰਨੀ ਜਲਦੀ ਹੋ ਸਕੇ ਸੀ ਆਫ ਕਰਨਾ, ਤਾਂ ਕਿ ਆਪਾਂ A ਤੇ B ਵਾਲੇ ਪਰਸਨ ਦੀ ਵਧੀਆ क्लोजिंग कर ਸਕੀਏ। आगे चलते हैं। अपनी कोशिश करनी है, आपने कोशिश करनी है कि उस पर्सन से दूरी बनाकर रखें और उसके साथ कोई भी बहस ना करें। ये मैं लास्ट लाइन जी तुम बोल के, क्योंकि कई बार क्या होता है कि ਆਪਾਂ ਨੂੰ ਸਮਝਾਉਣ ਦੇ ਚੱਕਰ ਤੇ ਜਿਹੜੇ 4 ਜਣੇ ਬੈਠੇ ਪੋਜ਼ਿਟਿਵ ਆਪਾਂ ਉਹਨਾਂ ਨੂੰ ਵੀ ਨੈਗੇਟਿਵ ਕਰ ਲੈਣੇ। ਇਸ ਕਰਕੇ ਮੈਂ ਲਾਈਨ ਜ਼ਰੂਰ ਲਿਖੀ, ਇਹਨੂੰ ਨੋਟ ਰੱਖਣਾ। ਔਰ ਇੱਕ ਲਾਈਨ ਐਕਸਪੀਰੀਅੰਸ ਆ ਸਾਡਾ, ਜਿੰਨੇ ਵੀ ਸਾਲ ਤੋਂ ਆਪਾਂ ਵੈਸਟੀ ਨੂੰ ਕਰ ਰਹੇ ਹਾਂ, ਐਕਸਪੀਰੀਅੰਸ ਆ ਸਾਡੀ ਪਿਛਲੇ ਕਹਿ ਸਕਦੇ ਹਾਂ 12 ਤੋਂ 13 ਸਾਲ ਦਾ ਜਾਂ 14 ਸਾਲ ਦਾ, ਜਿੰਨੀ ਦੇਰ ਤੋਂ ਆਪਾਂ ਇਸ ਇੰਡਸਟਰੀ ਨਾਲ ਜੁੜੇ। ਸੋ ਇਹ ਲਾਈਨਾਂ ਸੋਨੇ ਦਾ ਸੈਂਟੈਂਸ ਆ। ਸੋ ਇਹਨਾਂ ਨੂੰ ਤੁਸੀਂ ਜਾਨੀ ਕਹਿ ਸਕਦੇ ਬਾਈਪਾਸ ਨਹੀਂ ਕਰਨਾ ਕਿ ਨਹੀਂ ਮੈਂ ਕਿਉਂ ਨਾ ਐਕਸਪੈਰੀਮੈਂਟ ਕਰਕੇ ਦੇਖਾਂ, ਇਹ ਮਹਿੰਗਾ ਪਏਗਾ। ਸੋ ਵੀ ਵਿਲ ਹੋਲਡ ਰੈਸਟ ਦਾ ਮੀਟਿੰਗ ਟੁਮਾਰੋ। ਸੋ ਆਪਾਂ ਬਾਕੀ ਦੀ ਮੀਟਿੰਗ ਨੂੰ ਕੱਲ ਕਰਾਂਗੇ। ਇਹ ਕਾਰਨ ਆ ਕਿਉਂਕਿ ਬਹੁਤ ਸਾਰਾ ਕੰਟੈਂਟ ਹਜੇ ਪਿਆ ਵਾ ਜਿਹੜਾ ਤੁਹਾਨੂੰ ਸ਼ੇਅਰ ਕਰਨ ਵਾਲਾ ਵਾ।
ਸੋ ਮੈਂ ਕੋਸ਼ਿਸ਼ ਕਰੂੰਗਾ ਕਿ ਜਿਹੜੀ ਸਾਡੀ ਮੀਟਿੰਗ ਬਚ ਗਈ, ਅਗਰ ਮੈਨੂੰ ਕੱਲ ਦੀ ਡੇਟ ਮਿਲਦੀ ਹੈ, ਅਗਰ ਕਿਸੇ ਦਾ ਨਹੀਂ ਡੇਟ ਹੋਏਗੀ ਤਾਂ ਮੈਂ ਇਸ ਮੀਟਿੰਗ ਨੂੰ ਕੱਲ ਫੇਰ ਦੁਬਾਰਾ ਕਰਾਂਗਾ। ਸੋ ਬਾਕੀ ਜਿਹੜੀ ਮੀਟਿੰਗ ਉਹਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿ ਜਿਸ ਜਗ੍ਹਾ ਮੀਟਿੰਗ ਹੁੰਦੀ ਹੈ ਉੱਥੇ ਕਿੱਦਾਂ ਦਾ এনवायरमेंट ਆਪਾਂ ਕ੍ਰੀਏਟ ਕਰਨਾ ਵਾ, ਸਾਡੇ ਚਾਹ ਦਾ ਟਾਈਮ ਕਿਹੜਾ ਹੋਣਾ ਚਾਹੀਦਾ, ਚਾਹ ਕਾਫੀ ਦਾ, ਸੋ ਸਾਨੂੰ ਹੋਰ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ। ਅਗਰ ਆਪਾਂ ਹੋਮ ਮੀਟਿੰਗ ਨੂੰ ਵਧੀਆ ਬਣਾ ਗਏ, ਗਾਰੰਟੀ ਹੈ ਕਿ ਹੋਮ ਮੀਟਿੰਗ ਤੋਂ ਜੁਆਇਨਿੰਗ ਜ਼ਿਆਦਾ ਆਏਗੀ, ਜੁਆਇਨਿੰਗ ਤੋਂ ਜ਼ਿਆਦਾ ਲੀਡਰ ਨਿਕਲਣਗੇ, ਔਰ ਜਿੰਨੇ ਲੀਡਰ ਹੋਣਗੇ ਉਹਨਾਂ ਜ਼ਿਆਦਾ ਵੋਲਿਊਮ ਕ੍ਰੀਏਟ ਹੋਏਗਾ, ਔਰ ਜਿੰਨਾ ਜ਼ਿਆਦਾ ਵੋਲਿਊਮ ਕ੍ਰੀਏਟ ਹੋਏਗਾ ਉਹਨਾਂ ਜ਼ਿਆਦਾ ਵੱਡਾ ਚੈੱਕ ਹੋਏਗਾ। ਇਹ ਬੇਸਿਕ ਆ। ਅਗਰ ਆਪਾਂ ਸ਼ੁਰੂਆਤ ਸਹੀ ਕਰਾਂਗੇ ਤਾਂ ਸਾਡਾ ਐਂਡ ਵੀ ਵਧੀਆ ਹੋਏਗਾ। ਸੋ ਆਪਾਂ ਕੋਸ਼ਿਸ਼ ਕਰੀਏ ਕਿ ਆਪਾਂ ਹੋਮ ਮੀਟਿੰਗ ਤੇ ਫੋਕਸ ਕਰੀਏ, ਕਿਉਂਕਿ ਹੋਮ ਮੀਟਿੰਗ ਦੇ ਥਰੂ ਆਪਾਂ ਬਹੁਤ ਵੱਡਾ ਰੈਵੋਲੂਸ਼ਨ ਲੈ ਕੇ ਆ ਸਕਦੇ ਹਾਂ ਜੁਆਇਨਿੰਗ ਦਾ, ਅਚੀਵਰਸ ਦਾ। ਕਿਉਂਕਿ ਮੈਂ ਜਦੋਂ ਤੁਹਾਨੂੰ ਸਟਾਰਟਿੰਗ ਤੇ ਦੱਸਿਆ ਸੀ ਕਿ ਅਗਰ $200 ਬਿਲੀਅਨ ਦਾ ਬਿਜ਼ਨਸ ਇੰਡਸਟਰੀ ਕਰ ਰਹੀ ਹੈ, ਜਿਹਦੇ ਵਿੱਚੋਂ 75% ਜਿਹੜਾ ਬਿਜ਼ਨਸ ਆ ਹੋਮ ਮੀਟਿੰਗ ਦੇ ਥਰੂ ਆ ਰਿਹਾ। ਪਰ ਡੇ 1 ਤੋਂ ਜਦੋਂ ਤੋਂ ਇੰਡਸਟਰੀ ਸ਼ੁਰੂ ਹੋਈ ਆ, ਉਦੋਂ ਤੋਂ ਲੈ ਕੇ ਹੁਣ ਤੱਕ ਸਭ ਤੋਂ ਵੱਧ ਬਿਜ਼ਨਸ ਹੋਮ ਮੀਟਿੰਗ ਲੈ ਕੇ ਆ ਰਹੀ ਹੈ। ਸੋ ਇਹਦੀ ਮੀਟਿੰਗ ਨੂੰ ਆਪਾਂ ਫਿਲਹਾਲ ਇੱਥੇ ਬੰਦ ਕਰਦੇ ਹਾਂ।